सुंदरिए तेरा कौन बेचारा दुल्ला पट्टी वाला दुल्ले धी आई सेर शक्कर पाई कुड़ी दा सालू पाटा सालू कौन समेटे आउंदियां ने लोड़ियां मनाउंदियां ने जोड़ियां भैणां पईयां गाउंदियां भरावां दियां घोड़ियां जोड़ियां दे शगन मना जदों ए आउंदी ए लोड़ी बड़ा जी लाउंदी ए लोड़ी जदों ए आउंदी ए लोड़ी बड़ा जी लाउंदी ए लोड़ी जदों ए आउंदी ए लोड़ी बड़ा जी लाउंदी ए लोड़ी ए भैण भरावां दी लोड़ी दिलां दे चावां दी लोड़ी ए भैण भरावां दी लोड़ी दिलां दे चावां दी लोड़ी जदों ए आउंदी ए लोड़ी बड़ा जी लाउंदी ए लोड़ी जदों ए आउंदी ए लोड़ी ते खुशियां लियाउंदी ए लोड़ी खुशियां दी रात आई चावां दी बरात आई खुशियां दी रात आई चावां दी बरात आई ठंडी ठंडी वगदी हवा लाड मलारां दी लोड़ी मुहब्बतां प्यारां दी लोड़ी लाड मलारां दी लोड़ी मुहब्बतां प्यारां दी लोड़ी ए लोड़ी सेकण दे सानू नजर पर वेखण दे सानू ए लोड़ी सेकण दे सानू नजर पर वेखण दे सानू जदों ए आउंदी ए लोड़ी तेरा का लियाउंदी ए लोड़ी जदों ए आउंदी ए लोड़ी तेरा का लियाउंदी ए लोड़ी ਸੋ ਅੱਜ ਆਪਾਂ ਸਾਰੇ ਹੀ ਵੀਰ ਪਰਮਿੰਦਰਜੀਤ ਸਿੰਘ ਉਹਨਾਂ ਦੀ ਸਪੁੱਤਰੀ ਬੱਚੀ ਗੁਰਸ਼ੀਰਤ ਕੌਰ ਉਹਨਾਂ ਦੀ ਲੋਹੜੀ ਦੇ ਸੰਬੰਧ ਵਿੱਚ ਸਾਰੀਆਂ ਸੰਗਤਾਂ ਇਕੱਠੇ ਹੋਏ ਆ ਲੋਹੜੀ ਮਨਾ ਰਹੇ ਆ ਸਾਡੇ ਸਤਿਕਾਰਯੋਗ ਵੀਰ ਸੁਖਵਿੰਦਰ ਸਿੰਘ ਜੀ ਸੁਖ ਸਾਰਿਆਂ ਨੇ ਹੀ ਰਲ ਮਿਲ ਕਰਕੇ ਜੋ ਇਹ ਧੀਆਂ ਦੇ ਸਤਿਕਾਰ ਵਾਸਤੇ ਆਪਾਂ ਛੋਟਾ ਜਿਹਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ ਅਸੀਂ ਧੰਨਵਾਦੀ ਹਾਂ ਵੀਰ ਪਰਮਿੰਦਰਜੀਤ ਸਿੰਘ ਕਾਲਾ ਉਹਨਾਂ ਦੇ ਕਿਉਂਕਿ ਅੱਜ ਦਾ ਜੋ ਸਮਾਜ ਹੈ ਆਪਾਂ ਸਾਰੇ ਹਾਲਾਤਾਂ ਤੋਂ ਜਾਣੂ ਹਾਂ ਕਿ ਅੱਜ ਦੇ ਸਮਾਜ ਦੇ ਵਿੱਚ ਧੀਆਂ ਦਾ ਸਤਿਕਾਰ ਬਹੁਤ ਘੱਟ ਕੀਤਾ ਜਾਂਦਾ ਹੈ ਹਰ ਬੰਦਾ ਹੀ ਕਹਿੰਦਾ ਵੀ ਮੈਂ ਆਪਣੇ ਲੜਕੇ ਦੀ ਮੇਰੇ ਮੁੰਡੇ ਦੀ ਮੇਰੇ ਪੁੱਤਰ ਦੀ ਲੋਹੜੀ ਮਨਾ ਰਹੇ ਹਾਂ ਪਰ ਧੀਆਂ ਦੀ ਲੋਹੜੀ ਧੀਆਂ ਦਾ ਸਤਿਕਾਰ ਕੋਈ ਕਰਦਾ ਬਿਰਲਾ ਗੁਰਮੁਖ ਸੋ ਨਾਲ ਮੈਂ ਇੱਕ ਹੋਰ ਬੇਨਤੀ ਕਰਦੇ ਹਾਂ ਵੀ ਸਾਡੇ ਵਿੱਚ ਸਿੱਖ ਇਤਿਹਾਸ ਦੇ ਵਿੱਚ ਮੁੰਡਾ ਜਾਂ ਫਿਰ ਕੁੜੀ ਇਸ ਤਰ੍ਹਾਂ ਦੇ ਸ਼ਬਦ ਨਹੀਂ ਹਨ ਸਾਡੇ ਗੁਰੂ ਸਾਹਿਬਾਨਾਂ ਨੇ ਵੱਡਿਆਂ ਨੇ ਇਹ ਸ਼ਬਦਾਂ ਦੀ ਬਿਲਕੁਲ ਸਾਫ਼ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਹੈ ਸਾਡੇ ਵਿੱਚ ਮੁੰਡਾ ਜਾਂ ਕੁੜੀ ਸ਼ਬਦ ਨਹੀਂ ਮੁੰਡਾ ਕਿਹਾ ਜਾਂਦਾ ਹੈ ਵੀ ਜਿਹਦੇ ਸਿਰ ਤੇ ਮੁੰਡਨ ਹੋਇਆ ਹੋਵੇ ਅਤੇ ਕੁੜੀ ਸ਼ਬਦ ਹੈ ਸਾਡੇ ਵਿੱਚ ਨਹੀਂ ਕੁੜੀ ਦਾ ਅਰਥ ਹੈ ਝੂਠ ਫਰੇਬ ਇਸ ਕਰਕੇ ਮੁੰਡਾ ਜਾਂ ਕੁੜੀ ਸਾਡੇ ਵਿੱਚ ਸ਼ਬਦ ਨਹੀਂ ਸਾਡੇ ਵਿੱਚ ਸਤਿਕਾਰਯੋਗ ਸ਼ਬਦ ਨੇ ਧੀ ਸਾਡੀ ਸਪੁੱਤਰੀ ਜਿਨ੍ਹਾਂ ਦੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਸੁਨੇਹਾ ਦਿੱਤਾ ਵੀ ਆਪਣੀਆਂ ਧੀਆਂ ਨੂੰ ਧੀ ਕਹੋ ਸਪੁੱਤਰੀ ਕਹੋ ਸਾਡੇ ਵਿੱਚ ਮੁੰਡਾ ਕੁੜੀ ਸ਼ਬਦ ਨਹੀਂ ਸਾਡੇ 'ਚ ਜ਼ਿਆਦਾਤਰ ਪ੍ਰਫੁੱਲਤ ਕੀਤਾ ਗਿਆ ਇਸ ਤਰ੍ਹਾਂ ਹੀ ਆਪਾਂ ਬੋਲਦੇ ਹਾਂ ਵੀ ਸਾਡੇ ਮੁੰਡੇ ਦੀ ਲੋਹੜੀ ਹੈ ਜਾਂ ਫਿਰ ਸਾਡੀ ਕੁੜੀ ਦੀ ਲੋਹੜੀ ਹੈ ਮੈਂ ਬੇਨਤੀ ਕੀਤੀ ਹੈ ਵੀ ਕੁੜੀ ਦਾ ਅਰਥ ਹੁੰਦਾ ਹੈ ਝੂਠ ਫਰੇਬ ਇਸ ਤਰ੍ਹਾਂ ਦੇ ਸ਼ਬਦ ਸਾਡੇ ਵਿੱਚ ਨਹੀਂ ਸੋ ਸਾਡੇ ਵੀਰ ਸਤਿਕਾਰਯੋਗ ਨੇ ਵੀਰ ਪਰਮਿੰਦਰਜੀਤ ਸਿੰਘ ਜੀ ਜਿਨ੍ਹਾਂ ਨੇ ਆਪਣੀ ਧੀ ਦੀ ਲੋਹੜੀ ਦੇ ਸੰਬੰਧ ਵਿੱਚ ਆਪਾਂ ਸਾਰਿਆਂ ਨੂੰ ਸੱਦਾ ਪੱਤਰ ਦਿੱਤਾ ਇਕੱਠੇ ਹੋਏ ਆ ਸਤਿਕਾਰਯੋਗ ਨੇ ਇਹੀ ਬੇਨਤੀ ਕਰਾਂਗੇ ਵੀ ਜਿੱਥੇ ਆਪਣੇ ਪੁੱਤਰਾਂ ਦੀ ਬੱਚਿਆਂ ਦੀ ਲੋਹੜੀ ਮਨਾਈ ਜਾਂਦੀ ਉੱਥੇ ਬੱਚੀ ਦੀ ਵੀ ਲੋਹੜੀ ਮਨਾਈ ਜਾਵੇ
ਧੀਆਂ ਨਾਲ ਵਿਤਕਰਾ ਕਿਉਂ, ਧੀਆਂ ਨਾਲ ਨਫ਼ਰਤ ਕਿਉਂ, ਧੀਆਂ ਦਾ ਸਤਿਕਾਰ ਕਿਉਂ ਨਹੀਂ ਸਮਾਜ ਵਿੱਚ ਕੀਤਾ ਜਾਂਦਾ, ਕਿਉਂ ਬੋਲ ਕਬੋਲ ਬੋਲੇ ਜਾਂਦੇ। ਇਹ ਸਾਡੇ ਵਿੱਚ ਮਨੂ ਸਿਮਰਤੀ ਦੇ ਜੋ ਉਸ ਵੇਲਿਆਂ ਦੇ ਵਿੱਚ ਜੋ ਸ਼ਬਦ ਸਨ, ਜੋ ਉਸ ਸਮਿਆਂ ਦੇ ਵਿੱਚ ਧੀਆਂ ਨਾਲ ਨਫ਼ਰਤ ਕੀਤੀ ਜਾਂਦੀ ਸੀ, ਮਾੜੇ ਸ਼ਬਦ ਬੋਲੇ ਜਾਂਦੇ ਸਨ, ਬੋਲ ਕਬੋਲ ਬੋਲੇ ਜਾਂਦੇ ਸੀ, ਉਹੀ ਤਕਰੀਬਨ ਲਗਭਗ ਸਮਾਜ ਦੇ ਵਿੱਚ ਅੱਜ ਕੱਲ੍ਹ ਵੀ ਚੱਲ ਰਿਹਾ। ਸੋ ਜਿਨ੍ਹਾਂ ਸ਼ਬਦਾਂ ਦਾ ਮਹਾਰਾਜ ਸੱਚੇ ਪਾਤਸ਼ਾਹ ਨੇ, ਗੁਰੂ ਨਾਨਕ ਦੇਵ ਜੀ ਨੇ ਸਾਫ਼ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ। ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਤੁਸੀਂ ਬੁਰਾ ਭਲਾ ਬੋਲਦੇ ਹੋ, ਮਾੜਾ ਆਖਦੇ ਹੋ, ਨਫ਼ਰਤ ਦੀ ਨਿਗਾਹ ਨਾਲ ਵੇਖਦੇ ਆ ਧੀਆਂ ਨੂੰ, ਇਹਨਾਂ ਨੂੰ ਸਤਿਗੁਰੂ ਨੇ ਸਤਿਕਾਰ ਦਿੱਤਾ। ਸਾਹਿਬ ਕਹਿੰਦੇ ਸੋ ਕਿਉ ਮੰਦਾ ਆਖੀਐ ਜਿਤ ਜਮਹਿ ਰਾਜਾਨ। ਮਹਾਰਾਜ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਜਿਨ੍ਹਾਂ ਨੇ, ਜਿਹੜੀਆਂ ਧੀਆਂ ਨੇ, ਜਿਹੜੀਆਂ ਮਾਤਾਵਾਂ ਨੇ, ਭੈਣਾਂ ਨੇ ਆਪਣੀ ਕੁੱਖ ਦੇ ਵਿੱਚੋਂ ਰਾਜਿਆਂ ਮਹਾਰਾਜਿਆਂ ਨੂੰ, ਪੀਰਾਂ ਪੈਗੰਬਰਾਂ ਨੂੰ, ਔਲੀਏ ਅਵਤਾਰਾਂ ਨੂੰ ਜਨਮ ਦਿੱਤਾ, ਉਹਨਾਂ ਨੂੰ ਕਿਉਂ ਬੋਲ ਕਬੋਲ ਮਾੜੇ ਸ਼ਬਦ ਬੋਲਦੇ ਆ, ਕਿਉਂ ਉਹਨਾਂ ਨੂੰ ਨਫ਼ਰਤ ਦੀ ਨਿਗਾਹ ਨਾਲ ਦੇਖਿਆ ਜਾਂਦਾ ਹੈ, ਕਿਉਂ ਉਹਨਾਂ ਨੂੰ ਬਰਾਬਰਤਾ ਸਮਾਨਤਾ ਨਹੀਂ ਦਿੱਤੀ ਗਈ, ਕਿਉਂ ਉਹਨਾਂ ਨਾਲ ਮਾੜੇ ਵਿਤਕਰੇ ਕੀਤੇ ਜਾਂਦੇ ਆ। ਸੋ ਇਸ ਤਰ੍ਹਾਂ ਦੇ ਜਿਹੜੇ ਸ਼ਬਦ ਨੇ, ਮਾੜੀਆਂ ਕ੍ਰਿਤਾਂ ਨੇ ਸਮਾਜ ਦੇ ਵਿੱਚ ਅੱਜ ਵੀ ਨੇ। ਇਸ ਤਰ੍ਹਾਂ ਦੀ ਇੱਕ ਘਟਨਾ ਇਤਿਹਾਸ, ਸਿੱਖ ਇਤਿਹਾਸ ਦੇ ਵਿੱਚ ਆਉਂਦੀ ਹੈ। ਆਪਾਂ ਸਾਰੇ ਜਾਣਦੇ ਹਾਂ, ਆਪਣੇ ਇਲਾਕੇ ਦੇ ਵਿੱਚ ਨਗਰ ਬਡਰੁੱਖਾਂ ਮਸਤੂਆਣਾ ਸਾਹਿਬ ਦੇ ਨੇੜੇ ਸੰਗਰੂਰ ਕੋਲ ਪੈਂਦਾ ਹੈ। ਉੱਥੋਂ ਦੇ ਇੱਕ ਬੱਚੀ ਜਿਹਦਾ ਨਾਮ ਇਤਿਹਾਸ ਦੇ ਵਿੱਚ ਰਾਜ ਕੌਰ ਆਇਆ। ਆਪਾਂ ਸਾਰੇ ਜਾਣਦੇ ਹਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ, ਇਹਨਾਂ ਨੂੰ ਕੌਣ ਨਹੀਂ ਜਾਣਦਾ, ਸਾਰੇ ਹੀ ਜਾਣਦੇ ਆ ਪਿਆਰੇ। ਸੋ ਮਹਾਰਾਜਾ ਰਣਜੀਤ ਸਿੰਘ ਜੀ ਜਿਹਦੀ ਮਾਤਾ ਜੀ ਦਾ ਨਾਮ ਸੀ ਮਾਤਾ ਰਾਜ ਕੌਰ, ਜਿਨ੍ਹਾਂ ਨੂੰ ਸਾਰੇ ਹੀ ਜਾਣਦੇ ਆ ਆਪਾਂ। ਕਹਿੰਦੇ ਬਚਪਨ ਦੇ ਵਿੱਚ ਨਾ, ਜਿਹੜਾ ਸਮਾਜ ਦੇ ਵਿੱਚ ਅੱਜ ਕੱਲ੍ਹ ਵੀ ਮਾੜੇ ਰੀਤੀ ਰਿਵਾਜ ਨੇ, ਧੀਆਂ ਨੂੰ ਕੁੱਖਾਂ ਵਿੱਚ ਹੀ ਮਾਰ ਦੇਣਾ, ਜਾਂ ਇੱਦਾਂ ਆਪਾਂ ਵੇਖਿਆ ਜਾਂਦਾ ਵੀ ਕੂੜੇ ਕਰਕਟਾਂ ਦੇ ਵਿੱਚ ਸੁੱਟ ਦੇਣਾ, ਬੋਲ ਕਬੋਲ ਬੋਲੇ ਜਾਂਦੇ, ਇਸ ਤਰ੍ਹਾਂ ਦੇ ਮਾੜੇ ਰਿਵਾਜ ਨੇ ਜਿਹੜੇ ਅੱਜ ਵੀ ਸਾਡੇ ਸਿੱਖ ਸਮਾਜ ਦੇ ਵਿੱਚ ਇਹ ਪ੍ਰਫੁੱਲਤ ਹਨ। ਸੋ ਇਹਨਾਂ ਨੂੰ ਖਤਮ ਕਰਨਾ ਸਾਡਾ ਫਰਜ਼ ਬਣਦਾ ਹੈ। ਉਸ ਵੇਲੇ ਦੀ ਘਟਨਾ, ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਰਾਜ ਕੌਰ, ਉਹਨਾਂ ਨੂੰ ਬਚਪਨ ਦੇ ਵਿੱਚ ਨਾ ਇੱਕ ਕੁੱਜੇ ਦੇ ਵਿੱਚ ਪਾ ਕੇ, ਬਡਰੁੱਖਾਂ ਪਿੰਡ ਦੇ ਗੱਲ ਹੈ ਇਹ, ਵੀ ਕੁੱਜੇ ਦੇ ਵਿੱਚ ਪਾ ਕੇ ਕਹਿੰਦੇ ਕਿਲੇ ਦੇ ਵਿੱਚ ਬੁਰਜ ਦੇ ਹੇਠਾਂ ਦੱਬ ਦਿੱਤਾ ਗਿਆ ਸੀ। ਤੇ ਉਸ ਵੇਲੇ ਬਾਗੜੀਆਂ ਪਰਿਵਾਰ ਦੇ ਵਿੱਚੋਂ ਇੱਕ ਮਹਾਂਪੁਰਸ਼ ਹੋਏ ਨੇ, ਅੰਮ੍ਰਿਤਧਾਰੀ ਸਿੰਘ ਸਨ, ਜਿਨ੍ਹਾਂ ਦਾ ਨਾਮ ਇਤਿਹਾਸ ਦੇ ਵਿੱਚ ਬਾਬਾ ਗੁੱਦੜ ਸਿੰਘ ਜੀ ਆਇਆ, ਇਤਿਹਾਸ ਦੇ ਵਿੱਚ ਲਿਖਿਆ ਬਾਬਾ ਗੁੱਦੜ ਸਿੰਘ ਜੀ। ਉਹਨਾਂ ਨੂੰ ਪਤਾ ਲੱਗਿਆ ਵੀ ਇਸ ਤਰ੍ਹਾਂ ਇੱਕ ਬੱਚੀ ਨੂੰ ਬਡਰੁੱਖਾਂ ਪਿੰਡ ਦੇ ਨੇੜੇ ਉੱਥੇ ਕਿਲੇ ਦੇ ਵਿੱਚ ਬੁਰਜ ਦੇ ਹੇਠਾਂ ਕੁੱਜੇ ਦੇ ਵਿੱਚ ਪਾ ਕੇ ਦੱਬ ਦਿੱਤਾ ਗਿਆ। ਸੋ ਉਸ ਵੇਲੇ ਕਹਿੰਦੇ ਉਹ ਪਰਿਵਾਰ, ਮਾਤਾ ਰਾਜ ਕੌਰ ਜੀ ਦਾ ਜਿਹੜਾ ਪਰਿਵਾਰ ਸੀਗਾ, ਉਹ ਮਹਾਂਪੁਰਸ਼ਾਂ ਦੇ ਕੋਲੇ ਪਹੁੰਚਿਆ। ਕਹਿੰਦੇ ਵੀ ਆ ਪ੍ਰਸ਼ਾਦਾ ਛਕ ਲਓ। ਕਿਲੇ ਦੇ ਵਿੱਚੋਂ ਬਣ ਕੇ ਪ੍ਰਸ਼ਾਦਾ ਭੋਜਨ ਗਿਆ ਤੇ ਮਹਾਂਪੁਰਸ਼ਾਂ ਨੇ ਨਾ ਕਰ ਦਿੱਤੀ, ਕਹਿੰਦੇ ਅਸੀਂ ਨਹੀਂ ਛਕਣਾ। ਦੂਸਰੇ ਦਿਨ ਕਹਿੰਦੇ ਉਹ ਕਿਲੇ ਦਾ ਜਿਹੜਾ ਰਾਜਾ ਸੀ ਉਹ ਆਪ ਗਿਆ ਮਹਾਂਪੁਰਸ਼ਾਂ ਦੇ ਕੋਲੇ ਚੱਲ ਕੇ, ਕਹਿੰਦਾ ਮਹਾਂਪੁਰਸ਼ੋ ਪ੍ਰਸ਼ਾਦਾ ਛਕ ਲਓ। ਮਹਾਂਪੁਰਸ਼ਾਂ ਨੇ ਮੂੰਹ ਘੁਮਾ ਲਿਆ, ਕਹਿੰਦੇ ਅਸੀਂ ਨਹੀਂ ਛਕਣਾ ਪ੍ਰਸ਼ਾਦਾ। ਆਖੇ ਕਿਉਂ ਨਹੀਂ ਛਕਣਾ? ਕਹਿੰਦੇ ਤੁਸੀਂ ਇੱਕ ਪਾਪ ਕਰਮ ਕੀਤਾ, ਦੁਸ਼ਟ ਕਰਮ ਕੀਤਾ, ਇੱਕ ਧੀ ਨੂੰ ਕਹਿੰਦੇ ਕੁੱਜੇ ਦੇ ਵਿੱਚ ਪਾ ਕੇ ਧਰਤੀ ਹੇਠਾਂ ਦਫਨ ਕਰ ਆਏ ਹੋ, ਦੱਬ ਆਏ ਹੋ, ਇਹ ਤੁਸੀਂ ਪਾਪ ਕਰਮ ਕੀਤਾ, ਸੀ ਪ੍ਰਸ਼ਾਦਾ ਨਹੀਂ ਛਕਣਾ। ਉਹਨਾਂ ਮਾਫੀ ਮੰਗੀ ਮਹਾਂਪੁਰਸ਼ਾਂ ਤੋਂ ਤੇ ਮਹਾਂਪੁਰਸ਼ ਆਪ ਗਏ, ਚੱਲ ਕੇ ਕਿਲੇ ਦੇ ਵਿੱਚ ਗਏ। ਉਹਨਾਂ ਨੇ ਕਹਿੰਦੇ ਜਿਹੜੇ ਕੁੱਜੇ ਦੇ ਵਿੱਚ ਉਹ ਬੱਚੀ ਨੂੰ ਦੱਬਿਆ ਗਿਆ ਸੀ ਉਹ ਕੁੱਜਾ ਕਢਵਾਇਆ। ਕੁੱਜਾ ਕਢਵਾ ਕੇ ਗੁਰਮੁਖ ਪਿਆਰਿਓ ਉਹਦੇ ਵਿੱਚੋਂ ਕਹਿੰਦੇ ਜਦ ਅਜੇ ਬੱਚੀ ਨੂੰ ਕੱਢਿਆ ਗਿਆ, ਅਜੇ ਉਹਨਾਂ ਦੀ ਮੌਤ ਨਹੀਂ ਸੀ ਹੋਈ। ਜਦੋਂ ਕੁੱਜੇ ਦੇ ਵਿੱਚੋਂ ਦੇਖਿਆ ਗਿਆ, ਕਹਿੰਦੇ ਉਹ ਪੈਰ ਦਾ ਅੰਗੂਠਾ ਚੁੰਘ ਰਹੀ ਸੀ। ਜਿਨ੍ਹਾਂ ਨੂੰ ਆਪਾਂ ਜਾਣਦੇ ਹਾਂ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਜੀ ਹੋਏ ਨੇ ਜਿਹੜੇ, ਉਹਨਾਂ ਦੀ ਗੱਲ ਕਰਦੇ ਹਾਂ। ਕੁੱਜੇ ਵਿੱਚੋਂ ਕੱਢਿਆ ਗਿਆ ਤੇ ਅਜੇ ਪੈਰ ਦਾ ਅੰਗੂਠਾ ਹੀ ਚੁੰਘ ਰਹੇ ਨੇ। ਤੇ ਬਾਬਾ ਗੁੱਦੜ ਸਿੰਘ ਜੀ ਕਹਿਣ ਲੱਗੇ, ਕਹਿੰਦੇ ਸਾਬ ਸੁਭਾਵਿਕ ਬਚਨ ਕੀਤੇ, ਕਹਿੰਦੇ ਭਾਈ ਇਸ ਧੀ ਨੂੰ ਜਿਹਨੂੰ ਤੁਸੀਂ ਕੁੱਜੇ ਵਿੱਚ ਦੱਬਿਆ ਪਾ ਕੇ, ਕਹਿੰਦੇ ਇਸ ਧੀ ਦੀ ਕੁੱਖੋਂ ਇੱਕ ਦਿਨ ਐਸੇ ਸੂਰਮੇ ਨੇ, ਐਸੇ ਯੋਧੇ ਨੇ ਪ੍ਰਗਟ ਹੋਣਾ ਹੈ ਜਿਹਨੇ ਸਾਰਾ ਸਿੱਖ ਰਾਜ ਸਥਾਪਿਤ ਕਰਨਾ ਹੈ।
ਇਹ ਉਹਨਾਂ ਦੇ ਮੁਖ ਦੇ ਵਿੱਚੋਂ ਸੁਭਾਵਿਕ ਬਚਨ ਨਿਕਲੇ। ਤੇ ਸਾਧ ਸੰਗਤ ਜੀ ਕਹਿੰਦੇ ਉਸ ਫਿਰ ਧੀ ਨੂੰ ਕੁੱਜੇ ਦੇ ਵਿੱਚੋਂ ਕੱਢ ਲਿਆ ਗਿਆ, ਪਾਲਣਾ ਪੋਸ਼ਣਾ ਕੀਤੀ ਗਈ। ਸਮਾਂ ਆਉਣ ਤੇ ਕਹਿੰਦੇ ਉਹਨਾਂ ਦਾ ਫਿਰ ਵਿਵਾਹ ਕੀਤਾ ਗਿਆ। ਤੇ ਮੈਂ ਗੱਲ ਨੂੰ ਨੇੜੇ ਲਾਵਾਂ ਸਾਧ ਸੰਗਤ, ਜਦ ਉਹਨਾਂ ਦਾ ਵਿਆਹ ਕੀਤਾ ਗਿਆ ਤੇ ਮਹਾਂਪੁਰਸ਼ਾਂ ਨੇ ਬਚਨ ਕੀਤੇ ਸੀ, ਕਹਿੰਦੇ ਇਸ ਧੀ ਦੀ ਕੁੱਖ ਦੇ ਵਿੱਚੋਂ ਇੱਕ ਐਸੇ ਮਹਾਂਪੁਰਸ਼ ਨੇ, ਐਸੇ ਸੂਰਮੇ ਨੇ, ਐਸੇ ਯੋਧੇ ਨੇ ਜਨਮ ਲੈਣਾ ਜਿਨੇ ਸਿੱਖ ਰਾਜ ਸਥਾਪਿਤ ਕਰ ਦੇਣਾ। ਉਹਨਾਂ ਦੀ ਫਿਰ ਕੁੱਖ ਦੇ ਵਿੱਚੋਂ ਕਹਿੰਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ। ਸਨ 1780 ਈਸਵੀ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ। ਤੇ ਸਾਧ ਸੰਗਤ ਜੀ ਇਸ ਕਰਕੇ ਮੈਂ ਬੇਨਤੀ ਕਰਦਾ ਕਿਉਂਕਿ ਇਹ ਸਿੱਖ ਇਤਿਹਾਸ ਦੇ ਨਾਲ ਮਿਲਦੀ ਜੁਲਦੀ ਘਟਨਾ ਹੈ। ਅੱਜ ਦਾ ਸਮਾਜ ਵੀ ਐਸਾ ਵੀ ਧੀਆਂ ਦਾ ਸਤਿਕਾਰ ਨਹੀਂ, ਧੀਆਂ ਨੂੰ ਸਮਾਨਤਾ ਨਹੀਂ, ਮਨੂ ਸਿਮਰਤੀ ਅਨੁਸਾਰ ਉਹਨਾਂ ਦੇ ਜਿਹੜੇ ਰੀਤੀ ਰਿਵਾਜ ਨੇ ਅੱਜ ਵੀ ਸਾਡੇ ਸਮਾਜ ਦੇ ਵਿੱਚ ਇਸੇ ਤਰ੍ਹਾਂ ਹੀ ਚੱਲ ਰਹੇ ਨੇ। ਸੋ ਮੈਂ ਬੇਨਤੀ ਕਰਾਂਗਾ ਜਿਹੜੇ ਵੀ ਵੀਕੇ ਵੈਬ ਟੀਵੀ ਚੈਨਲ ਦੇ ਜਰੀਏ ਸਾਰੀਆਂ ਸੰਗਤਾਂ ਦੇਖ ਰਹੀਆਂ ਨੇ ਦੇਸਾਂ ਵਿਦੇਸਾਂ ਦੇ ਵਿੱਚ ਵੀ, ਸਾਰਿਆਂ ਨੂੰ ਬੇਨਤੀ ਕਰਾਂਗੇ ਵੀ ਜਿਹੜੇ ਇਹ ਪਾਪ ਕਰਮ ਨੇ, ਦੁਸ਼ਟ ਕਰਮ ਨੇ, ਇਹਨਾਂ ਨੂੰ ਸਾਧ ਸੰਗਤ ਜੀ ਆਪਾਂ ਨੂੰ ਸਮਝ ਲੈਣਾ ਚਾਹੀਦਾ ਵੀ ਜੇ ਆਪਾਂ ਆਮ ਕਹਿ ਦਿੰਦੇ ਆ ਵੀ ਜੀ ਧੀਆਂ ਨੂੰ ਮਾਰਾਂਗੇ ਤਾਂ ਨੂੰਹਾਂ ਕਿੱਥੋਂ ਲਿਆਵਾਂਗੇ। ਸੋ ਧੀਆਂ ਦਾ ਸਤਿਕਾਰ ਕਰੋ, ਧੀਆਂ ਨਾਲ ਪਿਆਰ ਕਰੋ। ਜਿੱਥੇ ਹਰ ਬੱਚੇ ਦੀ, ਲੜਕੇ ਦੀ ਲੋਹੜੀ ਮਨਾਉਂਦੇ ਉੱਥੇ ਧੀਆਂ ਦਾ ਵੀ ਇਸ ਤਰ੍ਹਾਂ ਸਾਨੂੰ ਸਤਿਕਾਰ ਕਰਨਾ ਚਾਹੀਦਾ ਹੈ। ਸੋ ਗੁਰੂ ਸਾਹਿਬ ਕਿਰਪਾ ਕਰਨ, ਮਹਾਰਾਜ ਸੱਚੇ ਪਾਤਸ਼ਾਹ ਨੇ ਗੱਲ ਕਹੀ ਹੈ, ਸੋ ਕਿਉਂ ਮੰਦਾ ਆਖੀਐ ਜਿਤ ਜੰਮਹਿ ਰਾਜਾਨ। ਮਹਾਰਾਜ ਕਹਿੰਦੇ ਭਾਈ ਉਸ ਧੀਆਂ ਨੂੰ, ਉਹਨਾਂ ਬੀਬੀਆਂ ਨੂੰ ਕਿਉਂ ਮਾੜਾ ਆਖਦੇ ਹੋ ਜਿਨ੍ਹਾਂ ਦੀ ਕੁੱਖ ਦੇ ਵਿੱਚੋਂ ਰਾਜਿਆਂ ਮਹਾਰਾਜਿਆਂ ਨੇ ਜਨਮ ਲਿਆ। ਸੋ ਆਪਾਂ ਸਿੱਖ ਰਾਜ ਦੇ ਵਿੱਚ ਇਹ ਮਿਲਦੀ ਜੁਲਦੀ ਘਟਨਾ ਜਿਹੜੀ ਆਪ ਸੰਗਤਾਂ ਦੇ ਨਾਲ ਸਾਂਝੀ ਕੀਤੀ ਹੈ ਵੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਉਸ ਮਾਂ ਦੀ ਕੁੱਖ ਦੇ ਵਿੱਚੋਂ ਜਿਨ੍ਹਾਂ ਨੂੰ ਕੁੱਜੇ ਦੇ ਵਿੱਚ ਪਾ ਕੇ ਦੱਬ ਦਿੱਤਾ ਗਿਆ ਸੀ। ਸੋ ਇਸ ਕਰਕੇ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਾਂਗਾ ਵੀ ਜਿੱਥੇ ਆਪਣੇ ਪੁੱਤਰਾਂ ਦੀ ਲੋਹੜੀ ਮਨਾਉਂਦੇ ਆ ਉੱਥੇ ਧੀਆਂ ਨੂੰ ਵੀ ਬਣਦਾ ਸਤਿਕਾਰ ਦਿਓ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਉਹਨਾਂ ਨੇ ਸੰਵਿਧਾਨ ਦੇ ਵਿੱਚ ਧੀਆਂ ਨੂੰ ਸਮਾਨਤਾ ਦਿੱਤੀ, ਬਰਾਬਰਤਾ ਦਿੱਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਬਰਾਬਰਤਾ ਦਿੱਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਅਤੀ ਸਤਿਕਾਰਯੋਗ ਨੇ ਸਾਡੇ ਵੀਰ, ਸਾਡੇ ਜਥੇਦਾਰ ਸਿੰਘ ਨੇ, ਮੇਰੇ ਭਰਾ ਵੀ ਨੇ ਵੀਰ ਪਰਮਿੰਦਰਜੀਤ ਸਿੰਘ ਜੀ, ਉਹਨਾਂ ਦੇ ਘਰੋਂ ਉਹਨਾਂ ਦੀ ਧਰਮ ਪਤਨੀ ਬੀਬੀ ਸ਼ਮਿੰਦਰ ਕੌਰ ਅਤੇ ਉਹਨਾਂ ਦੀ ਬੱਚੀ ਬੀਬੀ ਗੁਰਸ਼ੀਰਤ ਕੌਰ, ਜਿਨ੍ਹਾਂ ਦੀ ਲੋਹੜੀ ਦੇ ਸੰਬੰਧ ਵਿੱਚ ਆਪਾਂ ਅੱਜ ਸਾਰੀਆਂ ਸੰਗਤਾਂ ਇਕੱਠੇ ਹੋਏ ਹਾਂ। ਸੋ ਮੈਂ ਆਪਣੇ ਵੱਲੋਂ ਸਾਰੀਆਂ ਸੰਗਤਾਂ ਵੱਲੋਂ ਵੀਰ ਪਰਮਿੰਦਰਜੀਤ ਸਿੰਘ ਨੂੰ ਲੱਖਾਂ ਲੱਖਾਂ ਮੁਬਾਰਕਾਂ ਦਿੰਦਾ, ਵਧਾਈਆਂ ਦਿੰਦਾ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ, ਗੁਰਮੁਖ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਗੁਰਸਿੱਖੀ ਜੀਵਨ, ਨਾਮਦਾਨ, ਸਿੱਖੀ ਸਿਦਕ, ਭਰੋਸਾ ਦਾਨ ਬਖਸ਼ਣ ਜੀ। ਸਾਰੀਆਂ ਸੰਗਤਾਂ ਦਾ ਧੰਨਵਾਦ। ਸੋ ਇਸੇ ਤਰ੍ਹਾਂ ਰਲ ਮਿਲ ਕੇ ਭਾਈ ਇਹੀ ਬੇਨਤੀ ਕਰਾਂਗੇ ਵੀ ਧੀਆਂ ਦਾ ਸਤਿਕਾਰ ਕਰੋ, ਧੀਆਂ ਨਾਲ ਪਿਆਰ ਕਰੋ, ਬਰਾਬਰ ਦਾ ਹੱਕ ਦਈਏ, ਸਤਿਕਾਰ ਕਰੀਏ ਸਭਨਾਂ ਦਾ। ਇਤਨੀਆਂ ਬੇਨਤੀਆਂ ਕਰਦੇ ਹਾਂ ਦਾਸ ਖਿਮਾ ਦਾ ਜਾਚ ਕੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।